ਸਤਿ ਸ੍ਰੀ ਅਕਾਲ। ਸਿਗਰਿਓ ਪੰਜਾਬ ਮੇਲ USA TV ਮੈਂ ਬरुण ਕੌਰ ਮਾਨ। ਖਬਰਾਂ ਦੇ ਬ੍ਰਿਟਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ ਲਗਾਤਾਰ ਵੱਧ ਰਹੀ ਹੈ। ਵਿਦਿਆਰਥੀਆਂ ਦੀ ਗਿਣਤੀ। ਆਸਟ੍ਰੇਲੀਆ ਨਾਲ ਫਾਰਮ ਵੀਜ਼ਾ ਸੰਭਵ। ਡੂਅਲ ਡਿਗਰੀ ਤੇ ਜਲਦੀ ਬਣੇਗੀ ਸਹਿਮਤੀ। ਆਸਟ੍ਰੇਲੀਆ ਖੋਲ ਸਕਦਾ ਹੈ ਭਾਰਤੀਆਂ ਲਈ ਦਰਵਾਜ਼ੇ। ਸੈਕਰਾਮੈਂਟੋ ਸਮੂਹਿਕ ਗੋਲਾਬਾਰੀ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਗ੍ਰਿਫਤਾਰ। ਅਮਰੀਕਾ ਨੇ ਰੂਸ ਦੇ ਕਾਰੋਬਾਰ ਤੇ ਸਾਈਬਰ ਅਪਰਾਧ ਦਾ ਲਗਾਇਆ ਦੋਸ਼। ਅਮਰੀਕਾ ਨੇ ਨਵੀਆਂ ਪਾਬੰਦੀਆਂ ਵਿੱਚ ਪੁਤਿਨ ਦੀਆਂ ਬੇਟੀਆਂ ਤੇ ਰੂਸੀ ਬੈਂਕ ਨੂੰ ਬਣਾਇਆ ਨਿਸ਼ਾਨਾ। ਰੂਸ ਨਾਲ ਯੁੱਧ ਕਰਨਾ ਸਾਡੇ ਹਿੱਤ ਵਿੱਚ ਨਹੀਂ, ਸਿਰਫ ਯੂਕਰੇਨ ਨੂੰ ਸਮਰਥਨ ਦੇਣ ਲਈ ਹਾਂ ਵਚਨਬੱਧ ਅਮਰੀਕਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਮਗਰੋਂ ਅਮਰੀਕਾ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 2021 ਚ 12% ਤੱਕ ਦਾ ਵਾਧਾ ਹੋਇਆ ਹੈ, ਜਦਕਿ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿੱਚ 8% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਸਰਕਾਰੀ ਰਿਪੋਰਟ ਵਿੱਚ ਮਿਲੀ ਹੈ। ਸਭ ਤੋਂ ਵੱਧ ਗਿਣਤੀ ਵਿੱਚ ਚੀਨੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਂਦੇ ਨੇ। ਅਮਰੀਕਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਕੋਵਿਡ-19 ਮਹਾਮਾਰੀ 2021 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਮਰੀਕਾ ਵਿੱਚ ਦਾਖਲੇ ਨੂੰ ਪ੍ਰਭਾਵਿਤ ਕਰ ਰਹੀ ਹੈ। ਸਟੂਡੈਂਟਸ ਐਂਡ ਐਕਸਚੇਂਜ ਵਿਜ਼ਿਟਰ ਇਨਫੋਰਮੇਸ਼ਨ ਸਿਸਟਮ ਦੇ ਸਰਗਰਮ F1 ਅਤੇ M1 ਵਿਦਿਆਰਥੀਆਂ ਦੀ ਕੁੱਲ ਸੰਖਿਆ 2021 ਵਿੱਚ 12,36,748 ਰਹੀ, ਜੋ ਕਿ 2020 ਦੇ ਮੁਕਾਬਲੇ 1.2% ਘੱਟ ਹੈ। F1 ਅਤੇ M1 ਦੋ ਗੈਰ ਪ੍ਰਵਾਸੀ ਵਿਦਿਆਰਥੀ ਵੀਜ਼ਾ ਨੇ। J1 ਇੱਕ ਗੈਰ ਪ੍ਰਵਾਸੀ ਵਿਦਿਆਰਥੀ ਵੀਜ਼ਾ ਵੀ ਹੈ, ਪਰ ਜ਼ਿਆਦਾਤਰ ਖੋਜ ਪ੍ਰੋਗਰਾਮਾਂ ਲਈ ਦਿੱਤਾ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਸ਼ੀਆਈ ਦੇਸ਼ਾਂ ਵਿੱਚ ਚੀਨ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਹਾਲਾਂਕਿ ਚੀਨ ਤੋਂ 2020 ਦੇ ਮੁਕਾਬਲੇ 2021 ਵਿੱਚ ਘੱਟ ਵਿਦਿਆਰਥੀ ਆਏ, ਜਦੋਂ ਕਿ ਭਾਰਤ ਨੇ ਵਧੇਰੇ ਵਿਦਿਆਰਥੀ ਭੇਜੇ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਵਿੱਚੋਂ 37% ਔਰਤਾਂ ਨੇ। ਕੁੱਲ ਮਿਲਾ ਕੇ ਚੀਨ 3,48,992 ਵਿਦਿਆਰਥੀਆਂ ਨੂੰ ਭੇਜ ਕੇ ਅਮਰੀਕਾ ਵਿੱਚ ਸਿਖਰ ਤੇ ਬਣਿਆ ਹੋਇਆ ਹੈ। ਭਾਰਤ ਤੋਂ 2,35,851 ਵਿਦਿਆਰਥੀ ਅਮਰੀਕਾ ਆਏ। ਇਸ ਤੋਂ ਬਾਅਦ ਦੱਖਣੀ ਕੋਰੀਆ ਤੋਂ 58,787, ਕੈਨੇਡਾ 37,453 ਵਿਦਿਆਰਥੀ ਅਮਰੀਕਾ ਗਏ। ਭਾਰਤ ਨਾਲ ਮੁਕਤ ਵਪਾਰ ਸਮਝੌਤੇ ਵਿੱਚ ਯੋਂਗ ਸ਼ੈਫ ਤੇ ਵਰਕਿੰਗ ਵੀਜ਼ੇ ਦੀ ਆਗਿਆ ਤੋਂ ਬਾਅਦ ਆਸਟ੍ਰੇਲੀਆ ਭਾਰਤੀ ਫਾਰਮ ਸੈਕਟਰ ਨਾਲ ਜੁੜੇ ਵੀਜ਼ਾ ਲਈ ਵੀ ਆਪਣੇ ਦਰਵਾਜ਼ੇ ਖੋਲ੍ਹ ਸਕਦਾ ਹੈ। ਬੁੱਧਵਾਰ ਨੂੰ ਆਸਟ੍ਰੇਲੀਆ ਨੇ ਵਿਦੇਸ਼ ਮੰਤਰੀ ਡੇਨ ਟੇਹਨ ਨੇ ਇਸ ਗੱਲ ਦੇ ਸੰਕੇਤ ਦਿੱਤੇ। ਉੱਥੇ ਦੋਵਾਂ ਦੇਸ਼ਾਂ ਦੇ ਵਿਦਿਆਰਥੀ ਜਲਦੀ ਹੀ ਡੂਅਲ ਡਿਗਰੀ ਵਿਵਸਥਾ ਤਹਿਤ ਇੰਜੀਨੀਅਰਿੰਗ, ਮੈਡੀਕਲ ਤੇ ਹੋਰ ਸਿਲੇਬਸਾਂ ਦੀ ਪੜ੍ਹਾਈ ਕਰ ਸਕਣਗੇ। ਇਸ ਗੱਲ ਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਬਣ ਚੁੱਕੀ ਹੈ। ਜਲਦੀ ਹੀ ਭਾਰਤ ਤੇ ਆਸਟ੍ਰੇਲੀਆ ਦੇ ਮਨੁੱਖੀ ਵਸੀਲੇ ਮੰਤਰਾਲਾ ਨਾਲ ਮਿਲ ਕੇ ਡੂਅਲ ਡਿਗਰੀ ਵਿਵਸਥਾ ਨੂੰ ਅੰਤਮ ਰੂਪ ਦਿੱਤਾ ਜਾਏਗਾ। ਉੱਥੇ ਬੀਤੇ 2 ਅਪ੍ਰੈਲ ਨੂੰ ਹੋਏ ਮੁਕਤ ਵਪਾਰ ਸਮਝੌਤੇ ਤੋਂ ਉਤਸ਼ਾਹਿਤ ਭਾਰਤ ਤੇ ਆਸਟ੍ਰੇਲੀਆ ਹੁਣ ਸਾਲ 2030 ਤੱਕ ਆਪਣੇ ਵਪਾਰ ਨੂੰ $100 ਅਰਬ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਫਿਲਹਾਲ ਦੋਵਾਂ ਦੇਸ਼ਾਂ ਵਿਚਕਾਰ $27.5 ਅਰਬ ਦਾ ਕਾਰੋਬਾਰ ਹੁੰਦਾ ਹੈ। ਬੁੱਧਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਦੇ ਵਪਾਰ ਮੰਡਲ ਦੀ ਬੈਠਕ ਵਿੱਚ ਟੇਹਨ ਨੇ ਕਿਹਾ ਕਿ ਉਹ ਸਰਵਿਸ ਸੈਕਟਰ ਵਿੱਚ ਭਾਰਤ ਦੇ ਯੋਗ ਤੇ ਸ਼ੈਫ ਤੋਂ ਇਲਾਵਾ ਹੋਰ ਸੈਕਟਰ ਲਈ ਵੀ ਆਸਟ੍ਰੇਲੀਆ ਦਾ ਦਰਵਾਜ਼ਾ ਖੋਲ੍ਹ ਸਕਦੇ ਨੇ। ਉਹਨਾਂ ਨੇ ਕਿਹਾ ਕਿ ਫਾਰਮ ਸੈਕਟਰ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਭਾਰਤ ਆਸਟ੍ਰੇਲੀਆ ਤੇ ਫਾਰਮ ਸੈਕਟਰ ਦੀ ਵੀਜ਼ਾ ਆਗਿਆ ਦੇਣ ਲਈ ਲਗਾਤਾਰ ਦਬਾਅ ਬਣਾ ਰਿਹਾ ਹੈ। ਇਸ ਦਾ ਫਾਇਦਾ ਇਹ ਹੋਏਗਾ ਕਿ ਭਾਰਤ ਦੇ ਖੇਤੀ ਕਾਮਿਆਂ ਨੂੰ ਵੀ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਆਸਟ੍ਰੇਲੀਆ 'ਚ ਖੇਤੀਬਾੜੀ ਕਰਨ ਦੇ ਲਈ ਕਾਮਿਆਂ ਦੀ ਭਾਰੀ ਕਮੀ ਹੈ ਤੇ ਹੁਣੇ ਜਿਹੇ ਆਸਟ੍ਰੇਲੀਆ ਨੇ ਫਾਰਮ ਸੈਕਟਰ ਵਿੱਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀਅਤਨਾਮ ਨੂੰ ਫਾਰਮ ਵੀਜ਼ਾ ਦੇਣ ਦੀ ਆਗਿਆ ਦਿੱਤੀ ਹੈ। ਟੇਹਨ ਨਾਲ ਗੱਲਬਾਤ ਤੋਂ ਬਾਅਦ ਭਾਰਤੀ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਡੂਅਲ ਡਿਗਰੀ ਵਿਵਸਥਾ ਤੇ ਦੋਵਾਂ ਦੇਸ਼ਾਂ ਵੱਲੋਂ ਮਨਜ਼ੂਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਆਪਸ ਵਿੱਚ ਸਹਿਮਤੀ ਬਣਾਉਣਗੇ। ਫਿਰ ਇਸ ਵਿਵਸਥਾ ਤਹਿਤ ਪੜ੍ਹਾਈ ਹੋਏਗੀ। ਇਸ ਤਹਿਤ 4 ਸਾਲ ਦੇ ਕਿਸੇ ਕੋਰਸ ਵਿੱਚ 2 ਸਾਲ ਭਾਰਤ ਵਿੱਚ ਤੇ 2 ਸਾਲ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਪੜ੍ਹਨਾ ਪਏਗਾ। ਇਸ ਹਾਲਤ ਵਿੱਚ ਆਸਟ੍ਰੇਲੀਆ ਦੇ ਵਿਦਿਆਰਥੀ ਭਾਰਤ ਵਿੱਚ 2 ਸਾਲ ਪੜ੍ਹਨਗੇ। ਦੋਵੇਂ ਦੇਸ਼ ਡੂਅਲ ਡਿਗਰੀ ਨੂੰ ਮਾਨਤਾ ਦੇਣਗੇ। ਗੋਇਲ ਤੇ ਟੇਹਨ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਵਿਵਸਥਾ ਨਾਲ ਗਿਆਨ ਪ੍ਰਾਪਤੀ ਦਾ ਪੱਧਰ ਕਾਫੀ ਉੱਤਮ ਹੋਏਗਾ। ਜਲਦੀ ਹੀ ਦੋਵਾਂ ਦੇਸ਼ਾਂ ਵਿਚਕਾਰ ਇਸ ਵਿਵਸਥਾ ਦੀ ਵਿਸਤਾਰਤ ਰੂਪਰੇਖਾ ਤਿਆਰ ਕੀਤੀ ਜਾਏਗੀ। ਲੰਘੇ ਐਤਵਾਰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਅੰਦਰਲੇ ਖੇਤਰ ਵਿੱਚ ਸਮੂਹਿਕ ਗੋਲਾਬਾਰੀ ਦੀ ਵਾਪਰੀ ਘਟਨਾ, ਜਿਸ ਵਿੱਚ 3 ਔਰਤਾਂ ਸਮੇਤ 6 ਵਿਅਕਤੀ ਮਾਰੇ ਗਏ ਸਨ ਤੇ 12 ਹੋਰ ਜ਼ਖਮੀ ਹੋਏ ਸਨ, ਸੰਬੰਧੀ ਪੁਲਿਸ ਨੇ ਦੂਸਰੇ ਸ਼ੱਕੀ ਦੋਸ਼ੀ 27 ਸਾਲਾ ਸਮੀਲੇ ਮਾਰਟਿਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਸਮੀਲੇ ਮਾਰਟਿਨ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਡੰਡਰੇ ਮਾਰਟਿਨ ਦਾ ਭਰਾ ਹੈ।
ਜੋ ਬਾਈਡਨ ਪ੍ਰਸ਼ਾਸਨ ਨੇ ਦੋਸ਼ ਲਗਾਇਆ ਹੈ ਕਿ ਰੂਸ ਦੇ ਕੁਲੀਨ ਵਰਗ ਦੇ ਇੱਕ ਵਿਅਕਤੀ ਨੇ ਅਮਰੀਕੀ ਸਰਕਾਰ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਨਾਲ ਹੀ ਪ੍ਰਸ਼ਾਸਨ ਨੇ ਰੂਸੀ ਫੌਜੀ ਖੁਫੀਆ ਏਜੰਸੀ ਵੱਲੋਂ ਕੰਟਰੋਲ ਇੱਕ ਸਾਈਬਰ ਅਪਰਾਧ ਮੁਹਿੰਮ ਦਾ ਪਤਾ ਲਗਾਇਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕਰੇਨ ਵਿੱਚ ਰੂਸੀ ਫੌਜ ਤੇ ਹਮਲਿਆਂ ਦਰਮਿਆਨ ਇਸ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਹ ਰੂਸੀ ਲੋਕਾਂ ਦੀ ਅਪਰਾਧਕ ਗਤੀਵਿਧੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਅਤੇ ਸਾਈਬਰ ਹਮਲਿਆਂ ਨੂੰ ਰੋਕਣਾ ਚਾਹੁੰਦੇ ਨੇ। ਡਿਪਟੀ ਅਟਾਰਨੀ ਜਨਰਲ ਲੀਸਾ ਮੋਨੋਕੋ ਨੇ ਬੁੱਧਵਾਰ ਨੂੰ ਕਿਹਾ ਕਿ ਪਾਬੰਦੀ ਨਾਲ ਸਾਡਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਰੂਸੀ ਕੁਲੀਨ ਵਰਗਾਂ ਅਤੇ ਸਾਈਬਰ ਅਪਰਾਧੀਆਂ ਨੂੰ ਸੁਰੱਖਿਅਤ ਟਿਕਾਣੇ ਨਹੀਂ ਮਿਲੇ। ਰੂਸ ਦੇ ਮੀਡੀਆ ਕਾਰੋਬਾਰੀ ਕੌਨਸਟੈਂਟਿਨੈਂਟ ਵਿਰੁੱਧ ਖਜ਼ਾਨਾ ਵਿਭਾਗ ਦੀਆਂ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਾਬੰਦੀ ਤਹਿਤ ਅਮਰੀਕੀ ਨਾਗਰਿਕਾਂ ਨੂੰ ਉਹਨਾਂ ਨਾਲ ਕੰਮ ਕਰਨ ਜਾਂ ਵਪਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਦੋਸ਼ ਹਨ ਕਿ ਮਾਲਿਓਫੇਵ ਨੇ ਰੂਸ ਦੇ ਸਮਰਥਨ 'ਚ ਪ੍ਰਚਾਰ ਲਈ ਯੂਰਪ 'ਚ ਮੀਡੀਆ ਸੰਸਥਾਵਾਂ ਦਾ ਗੁਪਤ ਰੂਪ ਨਾਲ ਮਿਸ਼ਰਨ ਕਰਨ ਲਈ ਸਹਿ ਸਾਜ਼ਿਸ਼ਕਰਤਾ ਦੇ ਰੂਪ ਵਿੱਚ ਕੰਮ ਕੀਤਾ। CNBC ਅਤੇ ਫੌਕਸ ਨਿਊਜ਼ ਦੇ ਇੱਕ ਸਾਬਕਾ ਕਰਮਚਾਰੀ ਨੂੰ ਪਿਛਲੇ ਮਹੀਨੇ ਲੰਡਨ ਵਿੱਚ ਮਾਲਿਓਫੇਵ ਦੇ ਟੈਲੀਵਿਜ਼ਨ ਨਿਰਮਾਤਾ ਦੇ ਰੂਪ ਵਿੱਚ ਕੰਮ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਨੇ ਯੂਕਰੇਨ ਵਿੱਚ ਜੰਗੀ ਅਪਰਾਧਾਂ ਦੀ ਜਵਾਬੀ ਕਾਰਵਾਈ ਤਹਿਤ ਬੁੱਧਵਾਰ ਨੂੰ ਰੂਸੀ ਬੈਂਕਾਂ ਤੇ ਜੁਰਮਾਨਾ ਵਧਾਏ ਜਾਣ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ 2 ਬੇਟੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਲਗਾਏ ਜਾਣ ਦਾ ਐਲਾਨ ਕੀਤਾ। ਇਸ ਕਦਮ ਤਹਿਤ ਸਬਰ ਬੈਂਕ ਅਤੇ ਅਲਫਾ ਬੈਂਕ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰਨ ਦੇ ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਇਹਨਾਂ ਸੰਸਥਾਵਾਂ ਨਾਲ ਵਪਾਰ ਕਰਨ ਤੋਂ ਰੋਕਿਆ ਗਿਆ ਹੈ। ਇਸ ਤੋਂ ਇਲਾਵਾ ਅਮਰੀਕੀ ਪਾਬੰਦੀਆਂ ਦੇ ਦਾਇਰੇ 'ਚ ਪੁਤਿਨ ਦੀਆਂ ਬੇਟੀਆਂ ਮਾਰੀਆ ਪੁਤਿਨ ਅਤੇ ਕੈਟਰੀਨਾ ਤਿਖਨੋਵਾ ਅਤੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ਟੂਨਿਨ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਪਤਨੀ ਅਤੇ ਬੱਚਿਆਂ ਤੋਂ ਇਲਾਵਾ ਰੂਸ ਦੀ ਸੁਰੱਖਿਆ ਕੌਂਸਲ ਦੇ ਮੈਂਬਰ ਅਤੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੂੰ ਵੀ ਰੱਖਿਆ ਗਿਆ ਹੈ। ਅਮਰੀਕਾ ਨੇ ਪੁਤਿਨ ਪਰਿਵਾਰ ਦੇ ਸਾਰੇ ਕਰੀਬੀ ਮੈਂਬਰਾਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰ ਦਿੱਤਾ ਹੈ ਅਤੇ ਇਹਨਾਂ ਦੀ ਅਮਰੀਕੀ ਸਥਿਤੀ ਸਾਰੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਰੂਸ ਪਿਛਲੇ 42 ਦਿਨਾਂ ਤੋਂ ਯੂਕਰੇਨ ਤੇ ਹਮਲੇ ਕਰ ਰਿਹਾ। ਯੁੱਧ ਵਿੱਚ ਯੂਕਰੇਨ ਵਿੱਚ ਹਰ ਪਾਸੇ ਤਬਾਹੀ ਮਚੀ ਹੋਈ ਹੈ। ਇਸ ਜੰਗ ਵਿੱਚ ਅਮਰੀਕਾ ਯੂਕਰੇਨ ਦੀ ਮਦਦ ਕਰ ਰਿਹਾ ਹੈ। ਇਸ ਵਿਚਾਲੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਦਾ ਕਹਿਣਾ ਹੈ ਕਿ ਰੂਸ ਨਾਲ ਯੁੱਧ ਕਰਨਾ ਜਾਣਾ ਅਮਰੀਕੀ ਲੋਕਾਂ ਦੇ ਹਿੱਤਾਂ ਵਿੱਚ ਨਹੀਂ ਹੈ। ਹਾਲਾਂਕਿ ਅਸੀਂ ਯੂਕਰੇਨ ਨੂੰ ਆਪਣਾ ਸਮਰਥਨ ਜਾਰੀ ਰੱਖਣ ਵਿੱਚ ਵਚਨਬੱਧ ਹਾਂ। ਇਸ ਜੰਗ ਤੋਂ ਉਭਰਨ ਲਈ ਕੁਝ ਸਮਾਂ ਲੱਗੇਗਾ ਤੇ ਅਮਰੀਕਾ ਇਸ ਦਾ ਹਿੱਸਾ ਬਣਿਆ ਰਹੇਗਾ। ਜੇਨ ਸਾਕੀ ਨੇ ਅੱਗੇ ਕਿਹਾ ਕਿ ਪਾਬੰਦੀਆਂ ਦਾ ਟੀਚਾ ਰੂਸ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰਨਾ ਹੈ। ਉਹਨਾਂ ਲੋਕਾਂ ਕੋਲ ਬੇਅੰਤ ਸਰੋਤ ਨਹੀਂ। ਸਾਡੇ ਵੱਲੋਂ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੇ ਮੱਦੇਨਜ਼ਰ ਰੂਸ ਨੂੰ ਆਖਰਕਾਰ ਡਾਲਰ ਦੇ ਭੰਡਾਰ ਨੂੰ ਖਤਮ ਕਰਨ ਜਾਂ ਨਵੇਂ ਮਾਲੀਆਂ ਨੂੰ ਅਪਣਾਉਣ ਜਾਂ ਡਿਫਾਲਟ ਰੂਪ ਨਾਲ ਚੁਣਨ ਲਈ ਮਜਬੂਰ ਹੋਏਗਾ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਉਦੇਸ਼ ਦਾ ਸਭ ਤੋਂ ਵੱਡਾ ਹਿੱਸਾ ਉਹਨਾਂ ਸਰੋਤਾਂ ਨੂੰ ਖਤਮ ਕਰਨਾ ਹੈ ਜੋ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਦੇ ਖਿਲਾਫ ਆਪਣੀ ਜੰਗ ਜਾਰੀ ਰੱਖਣ ਅਤੇ ਉਸ ਦੀ ਵਿੱਤੀ ਪ੍ਰਣਾਲੀ ਵਿੱਚ ਹੋਰ ਅਨਿਸ਼ਚਿਤਤਾ ਪੈਦਾ ਕਰ ਰਹੇ ਨੇ। ਫਿਲਹਾਲ ਯੂਕਰੇਨ ਦੇ ਬਚਾਅ ਤੋਂ ਸਾਹਮਣੇ ਆਈਆਂ ਖੌਫਨਾਕ ਤਸਵੀਰਾਂ ਨੇ ਦੁਨੀਆ ਨੂੰ ਰੂਸ ਦੇ ਖਿਲਾਫ ਖੜਾ ਕਰ ਦਿੱਤਾ ਹੈ। ਯੂਕਰੇਨ ਨੇ ਰੂਸ ਦੇ ਖਿਲਾਫ ਜੰਗੀ ਅਪਰਾਧਾਂ ਲਈ ਮੁਕੱਦਮੇ ਚਲਾਉਣ ਅਤੇ ਸਖਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਹੈ। ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਹਾਲ ਹੀ ਵਿੱਚ ਬਣੇ ਸੁਰੱਖਿਆ ਗੱਠਜੋੜ ਔਕਸ ਦੇ ਤਹਿਤ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਭਾਰਤ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਾਧੇ ਫੌਜੀ ਹਮਲੇ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਦੇ ਵਿਚਕਾਰ ਤਿੰਨ ਦੇਸ਼ਾਂ ਨੇ ਇਹ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਔਕਸ ਦੀ ਪ੍ਰਗਤੀ ਤੇ ਵਿਚਾਰ ਕਰਨ ਤੋਂ ਬਾਅਦ ਇਸ ਯੋਜਨਾ ਦਾ ਐਲਾਨ ਕੀਤਾ। ਤਿੰਨਾਂ ਦੇਸ਼ਾਂ ਨੇ ਇਹ ਗੱਠਜੋੜ ਪਿਛਲੇ ਸਾਲ ਸਤੰਬਰ ਵਿੱਚ ਬਣਾਇਆ ਸੀ। ਇੱਕ ਸੰਯੁਕਤ ਬਿਆਨ ਵਿੱਚ ਨੇਤਾਵਾਂ ਨੇ ਕਿਹਾ ਕਿ ਉਹ ਹਾਈਪਰਸੋਨਿਕ, ਐਂਟੀ ਹਾਈਪਰਸੋਨਿਕ ਪ੍ਰਣਾਲੀਆਂ ਅਤੇ ਇਲੈਕਟ੍ਰੋਨਿਕ ਯੁੱਧ ਸਮਰੱਥਾ ਦੇ ਨਾਲ-ਨਾਲ ਜਾਣਕਾਰੀ ਸਾਂਝੀ ਕਰਨ ਦਾ ਵਿਸਤਾਰ ਕਰਨ ਅਤੇ ਰੱਖਿਆ ਨਵੀਨਤਾ ਤੇ ਸਹਿਯੋਗ ਨੂੰ ਤੇਜ਼ ਕਰਨ ਲਈ ਇੱਕ ਨਵਾਂ ਤਿਕੋਣੀ ਸਹਿਯੋਗ ਬਣਾਉਣ ਲਈ ਵਚਨਬੱਧ ਨੇ। ਅਮਰੀਕਾ, ਰੂਸ ਅਤੇ ਚੀਨ ਸਭ ਦਾ ਧਿਆਨ ਹਾਈਪਰਸੋਨਿਕ ਮਿਜ਼ਾਈਲਾਂ ਦੇ ਵਿਕਾਸ ਤੇ ਹੈ। ਇਹ ਇੰਨੀ ਤੇਜ਼ ਪ੍ਰਣਾਲੀ ਹੈ ਕਿ ਕੋਈ ਵੀ ਮੌਜੂਦਾ ਮਿਜ਼ਾਈਲ ਰੱਖਿਆ ਪ੍ਰਣਾਲੀ ਇਸ ਨੂੰ ਰੋਕ ਨਹੀਂ ਸਕਦੀ। ਅਮਰੀਕੀ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਪੁਸ਼ਟੀ ਕੀਤੀ ਸੀ ਕਿ ਚੀਨ ਨੇ ਇੱਕ ਹਾਈਪਰਸੋਨਿਕ ਹਥਿਆਰ ਪ੍ਰਣਾਲੀ ਦਾ ਪ੍ਰੀਖਣ ਕੀਤਾ ਹੈ। ਬਲੂਮਬਰਗ ਟੈਲੀਵਿਜ਼ਨ ਨੂੰ ਦਿੱਤੇ ਇੰਟਰਵਿਊ ਵਿੱਚ ਮਿਲੀ ਨੇ ਚੀਨ ਦੇ ਇਸ ਟੈਸਟ ਨੂੰ ਬਹੁਤ ਮਹੱਤਵਪੂਰਨ ਦੱਸਿਆ। ਇਸ ਦੇ ਨਾਲ ਹੀ ਉਹਨਾਂ ਨੇ ਇਸ ਤੇ ਚਿੰਤਾ ਵੀ ਜ਼ਾਹਿਰ ਕੀਤੀ ਸੀ। ਮੌਰਿਸਨ ਨੇ ਕਿਹਾ ਕਿ ਹਾਈਪਰਸੋਨਿਕ ਮਿਜ਼ਾਈਲਾਂ ਦਾ ਨਿਰਮਾਣ 2 ਸਾਲ ਪਹਿਲਾਂ ਜਾਰੀ ਕੀਤੀ ਗਈ ਰਣਨੀਤਿਕ ਯੋਜਨਾ ਦੇ ਅਨੁਸਾਰ ਹੈ, ਜਿਸ ਨਾਲ ਆਸਟ੍ਰੇਲੀਆਈ ਫੌਜ ਦੀ ਲੰਬੀ ਦੂਰੀ ਦੀ ਹੜਤਾਲ ਸਮਰੱਥਾ ਨੂੰ ਵਧਾਇਆ ਜਾ ਸਕੇ।
ਸੰਯੁਕਤ ਰਾਸ਼ਟਰ ਮਹਾਸਭਾ ਵੀਰਵਾਰ ਨੂੰ ਇਸ ਗੱਲ ਤੇ VOTING ਕਰੇਗੀ ਕਿ ਰੂਸ ਨੂੰ ਸੰਯੁਕਤ ਰਾਸ਼ਟਰ ਮੁੱਖ ਅਧਿਕਾਰ ਸੰਸਥਾ ਤੋਂ ਮੁਅੱਤਲ ਕਰਨਾ ਹੈ ਜਾਂ ਨਹੀਂ। ਯੂਕਰੇਨ ਦੀ ਰਾਜਧਾਨੀ ਕੀਵ ਦੇ ਉਪਨਗਰ ਬੁਚਾ ਤੋਂ ਸਾਹਮਣੇ ਆਈਆਂ ਨਾਗਰਿਕਾਂ ਦੀਆਂ ਲਾਸ਼ਾਂ ਦੀਆਂ ਭਿਆਨਕ ਤਸਵੀਰਾਂ ਤੇ ਵੀਡੀਓਜ਼ ਦੇ ਬਾਅਦ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਰੂਸ ਨੂੰ 47 ਮੈਂਬਰੀ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਹਟਾਉਣ ਦੀ ਅਪੀਲ ਕੀਤੀ ਸੀ। ਦੁਨੀਆ ਭਰ ਵਿੱਚ ਇਹਨਾਂ ਕਾਰਵਾਈਆਂ ਦੀ ਨਿੰਦਾ ਹੋ ਰਹੀ ਹੈ ਅਤੇ ਰੂਸ ਤੇ ਹੋਰ ਸਖਤ ਪਾਬੰਦੀਆਂ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ। ਹਾਲਾਂਕਿ ਰੂਸ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਥਾਮਸ ਗ੍ਰੀਨਫੀਲਡ ਨੇ ਸੋਮਵਾਰ ਨੂੰ ਕਿਹਾ, ਸਾਨੂੰ ਯਕੀਨ ਹੈ ਕਿ ਰੂਸੀ ਬਲਾਂ ਨੇ ਯੂਕਰੇਨ ਵਿੱਚ ਯੁੱਧ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ ਅਤੇ ਸਾਡਾ ਮੰਨਣਾ ਹੈ ਕਿ ਇਸ ਲਈ ਰੂਸ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ, ਮਨੁੱਖੀ ਅਧਿਕਾਰ ਪਰਿਸ਼ਦ ਵਿੱਚ ਰੂਸ ਦੀ ਭਾਗੀਦਾਰੀ ਇੱਕ ਮਜ਼ਾਕ ਹੈ। ਮਹਾਸਭਾ ਦੀ ਮਹਿਲਾ ਬੁਲਾਰਾ ਪਾਲਨਾ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਯੂਕਰੇਨ ਤੇ ਮਹਾਸਭਾ ਦਾ ਐਮਰਜੈਂਸੀ ਵਿਸ਼ੇਸ਼ ਸੈਸ਼ਨ ਵੀਰਵਾਰ ਸਵੇਰੇ 10 ਵਜੇ ਫਿਰ ਤੋਂ ਸ਼ੁਰੂ ਹੋਏਗਾ। ਉਦੋਂ ਹੀ ਰੂਸੀ ਸੰਘ ਦੇ ਮਨੁੱਖੀ ਅਧਿਕਾਰ ਪਰਿਸ਼ਦ ਵਿੱਚ ਮੈਂਬਰਸ਼ਿਪ ਦੇ ਅਧਿਕਾਰਾਂ ਨੂੰ ਮੁਅੱਤਲ ਕਰਨ ਦੇ ਪ੍ਰਸਤਾਵ ਤੇ VOTING ਹੋਏਗੀ। ਅਮਰੀਕਾ ਦੇ ਕੈਪੀਟਲ ਹਿੱਲ ਵਿੱਚ ਇੱਕ ਲੂੰਬੜੀ ਨੇ ਸੰਸਦ ਮੈਂਬਰ ਐਮੀ ਬੇਰਾ ਤੇ ਹਮਲਾ ਕਰ ਦਿੱਤਾ। ਕੈਲੀਫੋਰਨੀਆ ਦੇ ਸੰਸਦ ਮੈਂਬਰ ਐਮੀ ਬੇਰਾ ਦਾ ਸੋਮਵਾਰ ਸ਼ਾਮ ਨੂੰ ਕੈਪੀਟਲ ਹਿੱਲ ਵਿੱਚ ਇੱਕ ਲੂੰਬੜੀ ਨਾਲ ਸਾਹਮਣਾ ਹੋਇਆ ਤੇ ਇਸ ਦੌਰਾਨ ਉਹਨਾਂ ਨੂੰ ਕੁਝ ਸੱਟਾਂ ਲੱਗੀਆਂ। ਇਸ ਮਗਰੋਂ ਡਾਕਟਰਾਂ ਨੇ ਉਹਨਾਂ ਨੂੰ ਸਾਵਧਾਨੀ ਦੇ ਤੌਰ ਤੇ 4 ਰੇਬੀਜ਼ ਦੇ ਟੀਕੇ ਲਗਵਾਉਣ ਲਈ ਕਿਹਾ ਹੈ। ਬੇਗ ਨੇ ਕਿਹਾ ਕਿ ਜਿਵੇਂ ਹੀ ਉਹ ਸੈਨੇਟ ਦਫ਼ਤਰ ਦੀ ਇੱਕ ਇਮਾਰਤ ਚੋਂ ਲੰਘੇ, ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੇ ਪਿੱਛੇ ਕੁਝ ਹੈ। ਉਹਨਾਂ ਨੇ ਸੋਚਿਆ ਕਿ ਕੋਈ ਛੋਟਾ ਕੁੱਤਾ ਹੈ ਅਤੇ ਉਹਨਾਂ ਨੇ ਆਪਣੀ ਛਤਰੀ ਦੀ ਮਦਦ ਨਾਲ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਜਲਦੀ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਲੂੰਬੜੀ ਨਾਲ ਉਲਝ ਗਏ ਨੇ। ਬੇਰਾ ਨੂੰ ਲੂੰਬੜੀ ਨਾਲ ਉਲਝਦਾ ਦੇਖ ਕੇ ਮੌਜੂਦ ਇੱਕ ਵਿਅਕਤੀ ਨੇ ਰੌਲਾ ਪਾ ਦਿੱਤਾ ਤੇ ਹੋਰ ਲੋਕਾਂ ਨੂੰ ਬੁਲਾਇਆ। US ਕੈਪੀਟਲ ਪੁਲਿਸ ਅਧਿਕਾਰੀਆਂ ਦੇ ਮੌਕੇ ਤੇ ਪਹੁੰਚਣ ਤੇ ਲੂੰਬੜੀ ਭੱਜ ਗਈ। ਇਸ ਤੋਂ ਬਾਅਦ ਇੱਕ ਡਾਕਟਰ ਨੇ ਬੇਰਾ ਦੀ ਜਾਂਚ ਕੀਤੀ, ਜਿਸ ਨੂੰ ਉਸਦੇ ਸਰੀਰ ਤੇ ਕੁਝ ਝਰੀਟਾਂ ਮਿਲੀਆਂ। ਉਹਨਾਂ ਨੇ ਬੇਰਾ ਨੂੰ ਸਾਵਧਾਨੀ ਵਜੋਂ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਬੇਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਗਏ ਅਤੇ 4 ਟੀਕਿਆਂ ਵਿੱਚੋਂ ਪਹਿਲਾ ਟੀਕਾ ਲਗਵਾਇਆ। ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕੈਪੀਟਲ ਹਿੱਲ ਤੇ ਮੇਰਾ ਸਭ ਤੋਂ ਅਸਧਾਰਨ ਦਿਨ ਸੀ। ਕੈਪੀਟਲ ਪੁਲਿਸ ਨੇ ਕੈਂਪਸ ਵਿੱਚ ਲੂੰਬੜੀ ਦੇ ਫੜੇ ਜਾਣ ਦੀਆਂ ਕੁਝ ਫੋਟੋਆਂ ਵੀ ਟਵਿੱਟਰ ਤੇ ਸਾਂਝੀਆਂ ਕੀਤੀਆਂ। ਪਾਕਿਸਤਾਨ ਵਿੱਚ ਜਾਰੀ ਸਿਆਸੀ ਰੇੜਕੇ ਦੇ ਮੱਦੇਨਜ਼ਰ ਅਮਰੀਕਾ ਨੇ ਮੰਗਲਵਾਰ ਨੂੰ ਸਲਾਹ ਜਾਰੀ ਕਰਕੇ ਆਪਣੇ ਨਾਗਰਿਕਾਂ ਤੋਂ ਅੱਤਵਾਦੀ ਤੇ ਫਿਰਕੂ ਹਿੰਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੇਸ਼ ਦੀ ਯਾਤਰਾ ਤੇ ਮੁੜ ਵਿਚਾਰ ਕਰਨ ਨੂੰ ਕਿਹਾ। ਵਿਦੇਸ਼ ਵਿਭਾਗ ਨੇ ਆਪਣੀ ਨਵੀਂ ਯਾਤਰਾ ਸਲਾਹ ਵਿੱਚ ਪਾਕਿਸਤਾਨ ਨੂੰ ਯਾਤਰਾ ਦੇ ਲਿਹਾਜ਼ ਨਾਲ ਪੱਧਰ 3 ਤੇ ਰੱਖਿਆ ਹੈ। ਅਮਰੀਕਾ ਨੇ ਤਾਜ਼ਾ ਸਲਾਹ ਵਿੱਚ ਆਪਣੇ ਨਾਗਰਿਕਾਂ ਨੂੰ ਅੱਤਵਾਦ ਦੇ ਅਗਵਾ ਹੋਣ ਦੇ ਖਦਸ਼ੇ ਕਾਰਨ ਬਾਲਿਸਤਾਨ ਸੂਬੇ ਤੇ ਖੈਬਰ ਪਖਤੂਨਖਵਾ ਸੂਬੇ ਦੀ ਯਾਤਰਾ ਨਹੀਂ ਕਰਨ ਨੂੰ ਕਿਹਾ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਤੇ ਹਥਿਆਰਬੰਦ ਸੰਘਰਸ਼ ਦੇ ਖਦਸ਼ੇ ਦੇ ਮੱਦੇਨਜ਼ਰ ਕੰਟਰੋਲ ਲਾਈਨ ਤੋਂ ਬਿਲਕੁਲ ਅਲੱਗ ਦੇ ਇਲਾਕਿਆਂ ਦੀ ਯਾਤਰਾ ਨਹੀਂ ਕਰਨ ਦੀ ਸਲਾਹ ਵੀ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸਫਲਤਾ ਦੇ ਝੰਡੇ ਗੱਡ ਰਹੇ ਨੇ। ਇਸੇ ਵਿਚਾਲੇ ਪੰਜਾਬ ਦਾ ਰਹਿਣ ਵਾਲਾ ਸਹਿਜਪਾਲ ਸਿੰਘ ਵੀ ਇਸ ਸਮੇਂ ਵਿਦੇਸ਼ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦਈਏ ਕਿ ਸਹਿਜਪਾਲ ਅਮਰੀਕਾ ਦੇ ਮਲਟੀਨੈਸ਼ਨਲ ਨਿਵੇਸ਼ ਬੈਂਕ ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ, ਜਿਸ ਕਾਰਨ ਨਿਊਯਾਰਕ ਸਿਟੀ ਦੇ ਟਾਈਮ ਸਕੁਏਅਰ ਤੇ ਸਹਿਜਪਾਲ ਦੀ ਤਸਵੀਰ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ ਹੁਣ ਸਹਿਜਪਾਲ ਟੈਕਨੋਲੋਜੀ ਖੋਜ ਤੇ ਅਤਿ ਆਧੁਨਿਕ ਖੇਤਰਾਂ ਵਿੱਚ ਕੰਮ ਕਰੇਗਾ। ਮਿਲੀ ਜਾਣਕਾਰੀ ਅਨੁਸਾਰ ਇਹ ਪੰਜਾਬੀ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸਹਿਜਪਾਲ ਨੇ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਹੈ। ਦੱਸਦੀ ਹੈ ਕਿ ਸਹਿਜਪਾਲ ਜਿਸ ਮਾਰਗਨ ਸਟੈਨਲੇ ਦਾ ਹਿੱਸਾ ਬਣਿਆ ਹੈ, ਉਹ ਅਮਰੀਕਾ ਦੀ ਮਲਟੀਨੈਸ਼ਨਲ ਨਿਵੇਸ਼ ਬੈਂਕ ਹੈ। ਇਸ ਉਪਲਬਧੀ ਤੋਂ ਬਾਅਦ ਹੁਣ ਸਹਿਜਪਾਲ ਉਹਨਾਂ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਿਆ ਜੋ ਇਸ ਨਾਮੀ ਕੰਪਨੀ ਦਾ ਹਿੱਸਾ ਨੇ। ਯੂਕਰੇਨ ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਯੂਕਰੇਨ ਵਿੱਚ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਬੁੱਧਵਾਰ ਨੂੰ ਰੂਸ ਤੇ ਗੰਭੀਰ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਰੂਸ ਆਪਣੇ ਕਬਜ਼ੇ ਵਾਲੇ ਮਾਰੀਉਪੋਲ ਦੇ ਬੰਦਰਗਾਹ ਵਾਲੇ ਖੇਤਰ ਵਿੱਚ ਲੋਕਾਂ ਨੂੰ ਜਾਣ ਤੋਂ ਰੋਕ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੂਸ ਹਜ਼ਾਰਾਂ ਲੋਕਾਂ ਦੀ ਹੱਤਿਆ ਦੇ ਸਬੂਤ ਛੁਪਾਉਣ ਲਈ ਅਜਿਹਾ ਕਰ ਰਿਹਾ। ਉਹਨਾਂ ਨੇ ਇਹਨਾਂ ਹੱਤਿਆਵਾਂ ਨੂੰ ਛੁਪਾਉਣਾ ਚਾਹੁੰਦਾ ਹੈ। ਜ਼ੈਲੈਂਸਕੀ ਨੇ ਤੁਰਕੀ ਦੇ ਇੱਕ ਚੈਨਲ ਨੂੰ ਦੱਸਿਆ ਕਿ ਅਸੀਂ ਮਨੁੱਖੀ ਕਾਰਗੋ ਦੇ ਨਾਲ ਮਾਰੀਉਪੋਲ ਕਿਉਂ ਨਹੀਂ ਜਾ ਸਕਦੇ। ਇਸ ਦਾ ਕਾਰਨ ਇਹ ਹੈ ਕਿ ਉਹ ਡਰਦੇ ਨੇ ਕਿ ਸਾਰੀ ਦੁਨੀਆ ਇਹ ਦੇਖ ਲਏਗੀ ਕਿ ਉੱਥੇ ਕੀ ਹੋ ਰਿਹਾ ਹੈ। ਜ਼ੈਲੈਂਸਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਥੇ ਇੱਕ ਤਰਾਸਦੀ ਹੋਈ ਹੈ ਤੇ 9-10 ਲੋਕ ਨਹੀਂ ਸਗੋਂ ਹਜ਼ਾਰਾਂ ਲੋਕ ਮਾਰੇ ਗਏ ਨੇ ਤੇ ਇਸ ਤੋਂ ਕਿਤੇ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਹਾਲਾਂਕਿ ਉਹਨਾਂ ਨੇ ਭਰੋਸਾ ਜਤਾਇਆ ਕਿ ਰੂਸ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ ਪਰ ਉਹ ਸਾਰੇ ਸਬੂਤਾਂ ਨੂੰ ਛੁਪਾਉਣ ਵਿੱਚ ਕਾਮਯਾਬ ਨਹੀਂ ਹੋਏਗਾ।
ਉਹਨਾਂ ਇਹਨਾਂ ਸਾਰੇ ਯੂਕਰੇਨੀਆਂ ਨੂੰ ਦਫਨਾਉਣ ਦੇ ਯੋਗ ਨਹੀਂ ਹੋਏਗਾ ਜੋ ਮਰ ਚੁੱਕੇ ਨੇ ਜਾਂ ਜ਼ਖਮੀ ਹੋਏ ਨੇ। ਇਹ ਇੰਨੀ ਵੱਡੀ ਗਿਣਤੀ ਹੈ ਕਿ ਇਸ ਨੂੰ ਛੁਪਾਉਣਾ ਅਸੰਭਵ ਹੈ। ਰੂਸ ਨੇ ਕੀਵ ਦੇ ਬਾਹਰ ਬੁਕਾ ਸ਼ਹਿਰ ਵਿੱਚ ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ। ਰੂਸ ਨੇ ਇੱਥੇ ਮਨੁੱਖੀ ਕਤਲੇਆਮ ਕਰਕੇ ਸਬੂਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਸੱਚਾਈ ਦੁਨੀਆ ਦੇ ਸਾਹਮਣੇ ਆ ਗਈ। ਇਸ ਤੋਂ ਅੱਗੇ ਜ਼ੈਲੈਂਸਕੀ ਨੇ ਕਿਹਾ ਕਿ ਉਹਨਾਂ ਨੇ ਕਈ ਪਰਿਵਾਰਾਂ ਨੂੰ ਸਾੜ ਦਿੱਤਾ ਹੈ। ਕੱਲ ਸਾਨੂੰ ਦੁਬਾਰਾ ਇੱਕ ਨਵਾਂ ਪਰਿਵਾਰ ਮਿਲਿਆ ਜਿਸ ਵਿੱਚ ਮਾਤਾ, ਪਿਤਾ ਤੇ 2 ਬੱਚੇ ਸ਼ਾਮਲ ਸਨ। ਰੂਸੀ ਫੌਜ ਨੇ ਇਹਨਾਂ ਸਾਰਿਆਂ ਨੂੰ ਸਾੜ ਦਿੱਤਾ। ਇਹਨਾਂ ਕਾਰਨਾਂ ਕਰਕੇ ਹੀ ਮੈਂ ਉਹਨਾਂ ਨੂੰ ਨਾਜ਼ੀ ਕਿਹਾ ਹੈ। ਸ਼ਾਂਤੀ ਵਾਰਤਾ ਜਾਰੀ ਰੱਖਣ ਦੇ ਮੁੱਦੇ ਤੇ ਜ਼ੈਲੈਂਸਕੀ ਨੇ ਕਿਹਾ ਕਿ ਰੂਸ ਨੂੰ ਵੀ ਗੱਲਬਾਤ ਜਾਰੀ ਰੱਖਣੀ ਪਏਗੀ ਕਿਉਂਕਿ ਇਸ ਤੋਂ ਬਿਨਾਂ ਜੰਗ ਨੂੰ ਰੋਕਣਾ ਮੁਸ਼ਕਿਲ ਹੋਏਗਾ। यूक्रेन ने कहा है कि रूसी फौज नाल मुकाबला करन दौरान बंदी बनाईਆਂ ਗਈਆਂ यूक्रेनी महिला सैनिकों ते तशद्दद ਢਾਇਆ जा रहा है। यूक्रेन ਦੇ ਮਨੁੱਖੀ ਅਧਿਕਾਰਾਂ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ 12 ਤੋਂ ਵੱਧ ਯੂਕਰੇਨੀ ਮਹਿਲਾ ਸੈਨਿਕ ਰੂਸੀ ਫੌਜ ਦੇ ਕਬਜ਼ੇ ਵਿੱਚ ਨੇ ਅਤੇ ਰੂਸੀ ਫੌਜ ਦੁਆਰਾ ਉਹਨਾਂ ਨੂੰ ਤਸੀਹੇ ਦੇ ਰਹੀ ਹੈ ਅਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ। CNN ਦੀ ਇੱਕ ਰਿਪੋਰਟ ਅਨੁਸਾਰ ਰੂਸੀ ਫੌਜ ਨੇ ਸ਼ੁੱਕਰਵਾਰ ਨੂੰ 86 ਬੰਦੀ ਯੂਕਰੇਨੀ ਸੈਨਿਕਾਂ ਨੂੰ ਰਿਹਾ ਕੀਤਾ ਜਿਸ ਵਿੱਚ 15 ਮਹਿਲਾ ਸਿਪਾਹੀ ਵੀ ਸ਼ਾਮਲ ਸਨ। ਮਨੁੱਖੀ ਅਧਿਕਾਰਾਂ ਲਈ ਯੂਕਰੇਨ ਦੀ ਸੰਸਦ ਦੀ ਕਮਿਸ਼ਨਰ ਲਿਊਡਮਿਲਾ ਡੈਨਿਸੋਵਾ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਟੈਲੀਗ੍ਰਾਮ ਪੇਜ ਤੇ ਕਿਹਾ ਕਿ गिरफ्तार कीतियां गईਆਂ ਯੂਕਰੇਨੀ ਮਹਿਲਾ ਸੈਨਿਕਾਂ ਨੂੰ ਪਹਿਲਾਂ ਬੈਲਾਰੂਸ ਅਤੇ ਬਾਅਦ ਵਿੱਚ ਬ੍ਰਾਇਨਸਿਕ ਵਿੱਚ ਰੂਸ ਵਿੱਚ ਪ੍ਰੀ ਟ੍ਰਾਇਲ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਪੈਨਸਿਲਵਾਨੀਆ ਦੇ ਇੱਕ ਹਾਈ ਸਕੂਲ ਵਿੱਚ ਵਿਦਿਆਰਥੀ ਨੇ ਗੋਲੀ ਚਲਾ ਕੇ ਇੱਕ ਵਿਦਿਆਰਥੀ ਨੂੰ ਜ਼ਖਮੀ ਕਰ ਦਿੱਤਾ ਹੈ। ਐਰੀ ਦੇ ਪਬਲਿਕ ਸਕੂਲ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਜ਼ਖਮੀ ਹੋਏ ਵਿਦਿਆਰਥੀ ਦੀ ਹਾਲਤ ਸਥਿਰ ਹੈ। ਐਰੀ ਪੁਲਿਸ ਵਿਭਾਗ ਦੇ ਉਪ ਮੁਖੀ ਮਾਈਕਲ ਨੌਲਨ ਨੇ ਦੱਸਿਆ ਕਿ ਸ਼ੱਕੀ ਦੋਸ਼ੀ ਵਿਦਿਆਰਥੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸ਼ੱਕੀ ਵਿਦਿਆਰਥੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਤੇ ਉਸ ਦੀ ਭਾਲ ਲਈ ਕਈ ਏਜੰਸੀਆਂ ਕੰਮ ਕਰ ਰਹੀਆਂ ਨੇ। ਨੌਲਨ ਅਨੁਸਾਰ ਸ਼ੱਕੀ ਵਿਦਿਆਰਥੀ ਨੇ ਗਿਣ ਮਿੱਥ ਕੇ ਆਪਣੇ ਸਾਥੀ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਹ ਅਚਨਚੇਤ ਵਾਪਰੀ ਘਟਨਾ ਨਹੀਂ ਹੈ। ਗੋਲੀ ਚੱਲਣ ਦੀ ਸੂਚਨਾ ਮਿਲਣ ਤੇ ਮਾਪਿਆਂ ਵਿੱਚ ਅਫਰਾ ਤਫਰੀ ਮਚ ਗਈ ਤੇ ਉਹ ਆਪਣੇ ਬੱਚਿਆਂ ਬਾਰੇ ਜਾਣਕਾਰੀ ਲੈਣ ਲਈ ਸਕੂਲ ਵੱਲ ਭੱਜੇ। ਫਿਲਹਾਲ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਮੇਅਰ ਜੋਸ਼ ਸ਼ੰਬਰ ਨੇ ਇੱਕ ਬਿਆਨ ਵਿੱਚ ਘਟਨਾ ਨੂੰ ਬਹੁਤ ਹੀ ਅਫਸੋਸਨਾਕ ਕਰਾਰ ਦਿੱਤਾ। ਉਹਨਾਂ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਦੇ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ। ਕੈਨੇਡੀਅਨ ਮਾਊਂਟਡ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਨਿਵਾਸੀ ਪੰਜਾਬਣ ਸਿਕਿਉਰਿਟੀ ਗਾਰਡ ਹਰਮਨਦੀਪ ਕੌਰ ਦੇ ਕਤਲ ਕੇਸ ਵਿੱਚ 22 ਸਾਲਾ ਜੇਂਟ ਔਜ਼ਨੀ ਬੇਨ ਹੈਬੌਰਨ ਨੂੰ ਗ੍ਰਿਫਤਾਰ ਕੀਤਾ। ਬ੍ਰਿਟਿਸ਼ ਕੋਲੰਬੀਆ ਪ੍ਰੋਸਿਕਿਊਸ਼ਨ ਸਰਵਿਸਿਜ਼ ਏਜੰਸੀ ਨੇ ਉਸਦੇ ਦੂਜੇ ਦਰਜੇ ਦੇ ਕਤਲ ਕੇਸ ਤਹਿਤ ਚਾਰਜ ਲਾਇਆ ਹੈ। ਘਟਨਾ ਬੀਤੀ 26 ਜਨਵਰੀ ਦੀ ਹੈ ਜਦੋਂ ਹਰਮਨਦੀਪ ਕੌਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਔਕਾਨਗਨ ਕੈਂਪਸ ਵਿਖੇ ਰਾਤ ਸਮੇਂ ਸਿਕਿਉਰਿਟੀ ਗਾਰਡ ਦੀ ਡਿਊਟੀ ਦੇ ਰਹੀ ਸੀ ਤਾਂ ਡੈਨਟ ਨੇ ਅਚਾਨਕ ਉਸ ਤੇ ਹਮਲਾ ਕਰ ਦਿੱਤਾ। ਹਮਲੇ 'ਚ ਗੰਭੀਰ ਜ਼ਖਮੀ ਹੋਈ ਹਰਮਨਦੀਪ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੇ ਪਾਲਜੀਤ ਸਿੰਘ ਦੀ ਹੋਣਹਾਰ ਧੀ ਹਰਮਨਦੀਪ 2015 ਚ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਗਈ ਸੀ ਤੇ ਫਰਵਰੀ ਦੇ ਪਹਿਲੇ ਹਫ਼ਤੇ ਉਸ ਨੂੰ ਕੈਨੇਡਾ ਦੀ ਪੀਆਰ ਮਿਲੀ ਸੀ। ਭਾਰਤੀ ਅਮਰੀਕੀ ਵਿਅਕਤੀ ਦੀ ਅਗਵਾਈ ਵਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅਪ ਨੇ ਹੁਣ ਤੱਕ $20 ਕਰੋੜ ਇਕੱਠੇ ਕਰ ਲਏ ਨੇ ਤੇ ਇਸ ਨੇ ਆਪਣੀ ਟੀਮ ਵਿੱਚ ਕੁਝ ਹੋਰ ਪ੍ਰਮੁੱਖ ਮੈਂਬਰ ਸ਼ਾਮਲ ਕੀਤੇ ਨੇ। ਇਹ ਜਾਣਕਾਰੀ ਭਾਰਤੀ ਅਮਰੀਕੀ ਵਿਸ਼ਾਲ ਸਿੱਕਾ ਦੁਆਰਾ ਸਥਾਪਿਤ ਮਨੁੱਖੀ ਕੇਂਦਰਿਤ AI ਪਲੇਟਫਾਰਮ ਅਤੇ ਉਤਪਾਦਾਂ ਦੀ ਕੰਪਨੀ ਵਿਆਨਾਈ ਸਿਸਟਮਸ ਦੁਆਰਾ ਇੱਕ ਬਿਆਨ ਵਿੱਚ ਦਿੱਤੀ ਗਈ। ਕੰਪਨੀ ਨੇ ਆਪਣੀ ਲੀਡਰਸ਼ਿਪ ਟੀਮ ਦੇ ਵਿਸਤਾਰ ਬਾਰੇ ਵੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ ਡਾਕਟਰ ਨਵੀਨ ਬੁੱਧੀ ਰਾਜਾ ਨੂੰ ਚੀਫ ਟੈਕਨੋਲੋਜੀ ਅਫਸਰ ਅਤੇ ਡੀਨ ਜ਼ਰਮੀਰ ਨੂੰ ਚੀਫ ਰੈਵਨਿਊ ਅਫਸਰ ਨਿਯੁਕਤ ਕੀਤਾ ਗਿਆ ਹੈ। ਟੀਮ ਵਿੱਚ ਸ਼ਾਮਲ ਕੀਤੇ ਗਏ ਨਵੇਂ ਲੋਕਾਂ ਵਿੱਚ ਸ਼ਬਾਨਾ ਖਾਨ ਵੀ ਨੇ ਜਿਨ੍ਹਾਂ ਨੂੰ ਮਾਰਕੀਟਿੰਗ ਦਾ ਮੁਖੀ ਬਣਾਇਆ ਗਿਆ ਹੈ ਅਤੇ ਪ੍ਰਦੀਪ ਪਨੀਕਰ ਨੇ ਵਿੱਤ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਇੰਗਲੈਂਡ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਨਵੇਂ ਪੱਧਰ ਤੇ ਪਹੁੰਚ ਗਏ ਨੇ। ਪਿਛਲੇ ਮਹੀਨੇ ਕੋਵਿਡ-19 ਦਾ ਪਤਾ ਲਗਾਉਣ ਲਈ ਕੀਤੇ ਗਏ ਟੈਸਟ ਵਿੱਚ ਹਰ 16 ਵਿੱਚੋਂ ਇੱਕ ਵਿਅਕਤੀ ਭਾਵ 6.37% ਸੰਕਰਮਿਤ ਪਾਇਆ ਗਿਆ ਸੀ। ਇਹ ਦਰ ਫਰਵਰੀ ਵਿੱਚ ਦਰਜ ਕੀਤੀ ਗਈ ਲਾਗ ਦੀ ਦਰ ਨਾਲੋਂ ਦੁੱਗਣੀ ਹੈ। ਫਰਵਰੀ ਵਿੱਚ ਟੈਸਟ ਕੀਤੇ ਗਏ ਹਰ 35 ਲੋਕਾਂ ਵਿੱਚੋਂ ਇੱਕ ਵਿਅਕਤੀ ਕੋਵਿਡ ਸੰਕਰਮਿਤ ਪਾਇਆ ਗਿਆ ਸੀ। ਇਹ ਜਾਣਕਾਰੀ ਇੱਕ ਨਵੇਂ ਅਧਿਐਨ ਤੋਂ ਸਾਹਮਣੇ ਆਈ ਹੈ। ਯੂਕੇ ਵਿੱਚ ਇੰਪੀਰੀਅਲ ਕਾਲਜ ਲੰਡਨ ਦੇ ਲੰਬੇ ਰੀਅਲ ਟਾਈਮ ਅਸੈਸਮੈਂਟ ਆਫ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਲਾਗ ਦੀ ਦਰ ਹਰ 30 ਦਿਨਾਂ ਵਿੱਚ ਦੁੱਗਣੀ ਹੋ ਜਾਂਦੀ ਹੈ। ਅਧਿਐਨ ਤੋਂ ਨਿਗਰਾਨੀ ਦੇ ਅੰਕੜਿਆਂ ਦੇ ਅਨੁਸਾਰ ਲਾਗ ਦੇ ਜ਼ਿਆਦਾਤਰ ਕੇਸ ਓਮਿਕਰੌਨ ਦੇ BA.2 ਸਟੀਲਥ ਵੈਰੀਐਂਟ ਤੋਂ ਸਨ। ਬੁੱਧਵਾਰ ਨੂੰ ਜਾਰੀ ਕੀਤਾ ਗਿਆ ਅਧਿਐਨ 8 ਤੋਂ 31 ਮਾਰਚ ਦੇ ਵਿਚਕਾਰ ਇਕੱਠੇ ਕੀਤੇ ਗਏ ਲਗਭਗ 1,10,000 ਲਾਗ ਦੇ ਨਮੂਨਿਆਂ ਤੇ ਆਧਾਰਿਤ ਹੈ। ਇੰਪੀਰੀਅਲ ਸਕੂਲ ਆਫ ਪਬਲਿਕ ਹੈਲਥ ਦੇ ਰੈਕਟ ਪ੍ਰੋਗਰਾਮ ਦੇ ਨਿਰਦੇਸ਼ਕ ਪ੍ਰੋਫੈਸਰ ਪੌਲ
ਇਲੀਅਟ ਨੇ ਕਿਹਾ ਕਿ ਇਹ ਰੁਝਾਨ ਚਿੰਤਾਜਨਕ ਹੈ। ਜਦੋਂ ਇੰਨੀ ਵੱਡੀ ਗਿਣਤੀ ਵਿੱਚ ਲੋਕ ਸੰਕਰਮਿਤ ਹੋ ਰਹੇ ਨੇ, ਇਹ ਹੋਰ ਲੋਕਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਕਰ ਸਕਦਾ ਹੈ ਅਤੇ ਉਹਨਾਂ ਨੂੰ ਹਸਪਤਾਲ ਜਾਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਪਾਬੰਦੀਆਂ ਖਤਮ ਹੋ ਗਈਆਂ ਨੇ, ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਦੂਜੇ ਲੋਕਾਂ ਦੀ ਸੁਰੱਖਿਆ ਲਈ ਸਾਵਧਾਨੀ ਨਾਲ ਵਿਵਹਾਰ ਕਰਨ। ਜੇ ਤੁਹਾਨੂੰ ਖੁਦ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਨੇ ਤਾਂ ਦੂਜੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਇਹ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।